हेलो डियर स्टूडेंट्स, यू आर वेलकम इन टुडेज सैशन। प्यारे सिक्ख्यार्थी अध्यापकों, ਅੱਜ ਆਪਾਂ ਕੰਪਰੀਹੈਂਸ਼ਨ ਦਾ ਟੌਪਿਕ ਕਰਦੇ ਹਾਂ। ਇਸ ਦੇ ਵਿੱਚ ਸਮਝਾਂਗੇ ਅੰਤਰ ਨੂੰ ਗਲੋਬਲ ਤੇ ਲੋਕਲ ਕੰਪਰੀਹੈਂਸ਼ਨ ਤੇ। ਤਾਂ ਸਭ ਤੋਂ ਪਹਿਲਾਂ ਇਹ ਜਾਣਦੇ ਕਿ ਕੰਪਰੀਹੈਂਸ਼ਨ ਹੈ ਕੀ। ਕੰਪਰੀਹੈਂਸ਼ਨ ਕਿਸੇ ਵੀ ਟੈਕਸਟ ਨੂੰ ਸਮਝਣਾ, ਉਸ ਦੇ ਅਰਥ ਨੂੰ ਸਮਝਣਾ। ਤਾਂ ਇਹਦੇ ਨਾਲ ਜਦੋਂ ਅਸੀਂ ਕੁਝ ਵੀ ਪੜ੍ਹਦੇ ਹਾਂ ਤਾਂ ਉਹਦੇ ਬਾਰੇ ਸਾਨੂੰ ਪੂਰੀ ਇਨਫੋਰਮੇਸ਼ਨ ਵੀ ਮਿਲ ਜਾਂਦੀ ਹੈ ਔਰ ਸਾਨੂੰ ਇੰਜੋਏ ਵੀ ਹੁੰਦਾ, ਪੜ੍ਹਨ ਦਾ ਆਨੰਦ ਵੀ ਆਉਂਦਾ, ਕਿਉਂਕਿ ਜਦ ਤੱਕ ਮੀਨਿੰਗ ਕਲੀਅਰ ਨਹੀਂ ਹੁੰਦਾ ਸਾਨੂੰ ਪੜ੍ਹਨ ਦਾ ਆਨੰਦ ਨਹੀਂ ਆਉਂਦਾ। ਤਾਂ ਇਹ ਸਾਡਾ ਜਿਹੜਾ ਪੂਰਾ ਸੰਬੰਧ ਜੁੜ ਜਾਂਦਾ ਹੈ, ਐਕਟਿਵ ਪ੍ਰੋਸੈਸ ਹੈ, ਕਿਉਂਕਿ ਸਾਡਾ ਦਿਮਾਗ ਪੂਰੀ ਤਰ੍ਹਾਂ ਐਕਟਿਵ ਰਹਿੰਦਾ ਪੜ੍ਹਨ ਦੇ ਦੌਰਾਨ। ਅਤੇ ਸਾਡਾ ਉਸ ਪੜ੍ਹਨ ਵਾਲੇ ਜੋ ਟੈਕਸਟ ਹੈ, ਜੋ ਪੈਰਾਗ੍ਰਾਫ ਹੈ, ਜੋ ਵੀ ਅਸੀਂ ਪੜ੍ਹ ਰਹੇ ਹਾਂ ਉਹਦੇ ਨਾਲ ਸਾਡਾ ਇੱਕ ਰਿਲੇਸ਼ਨਸ਼ਿਪ ਡਿਵੈਲਪ ਹੋ ਜਾਂਦਾ ਹੈ ਕਿ ਅਸੀਂ ਜੋ ਪੜ੍ਹ ਰਹੇ ਹਾਂ ਉਹਨੂੰ ਪੜ੍ਹ ਕੇ ਉਹਦਾ ਮੀਨਿੰਗ ਵੀ ਸਮਝ ਜਾਂਦੇ ਹਾਂ ਅਤੇ ਉਸ ਚੀਜ਼ ਦਾ ਆਨੰਦ ਵੀ ਮਾਣਦੇ ਹਾਂ। ਤਾਂ ਸਭ ਤੋਂ ਜ਼ਿਆਦਾ ਦਿੱਕਤ ਕਿਸ ਗੱਲ 'ਚ ਆਉਂਦੀ ਹੈ ਕਿ ਜਿਹੜੀ ਕੰਪਰੀਹੈਂਸ਼ਨ ਹੈ ਇਹ 'ਚ ਲੋਕਲ ਕੰਪਰੀਹੈਂਸ਼ਨ ਦਾ ਕੀ ਮਤਲਬ ਹੈ ਅਤੇ ਗਲੋਬਲ ਦਾ ਕੀ ਅਰਥ ਹੈ। ਤਾਂ ਇਸ ਨੂੰ ਜਾਣਦੇ ਹਾਂ ਆਪਾਂ। ਲੋਕਲ ਕੰਪਰੀਹੈਂਸ਼ਨ ਜਿਵੇਂ ਕਿ ਨਾਮ ਤੋਂ ਕਲੀਅਰ ਹੁੰਦਾ, ਲੋਕਲ ਜਿਵੇਂ ਆਪਾਂ ਥੋੜ੍ਹੀ ਚੀਜ਼ ਕਹਿ ਦਿੰਦੇ ਹਾਂ। ਲੋਕਲ ਕਿਸ ਨੂੰ ਕਹਿੰਦੇ ਹਾਂ ਆਪਾਂ? ਜਿਸ ਏਰੀਏ 'ਚ ਆਪਾਂ ਰਹਿੰਦੇ ਹਾਂ, ਬਹੁਤ ਥੋੜ੍ਹਾ ਏਰੀਆ ਕਹਿ ਲਓ। ਤਾਂ ਇਹਦੇ ਵਿੱਚ ਭਾਵੇਂ ਆਪਾਂ ਪੜ੍ਹਦੇ ਤਾਂ ਸਾਰਾ ਟੈਕਸਟ ਹੈ, ਚਾਹੇ ਲੌਂਗ ਵੀ ਹੋ ਸਕਦੀ ਹੈ, ਸ਼ਾਰਟ ਵੀ ਹੋ ਸਕਦੀ ਹੈ, ਪਰ ਕਿਸੇ ਥੋੜ੍ਹੀ ਲਾਈਨ ਨੂੰ ਵੀ ਪੜ੍ਹ ਕੇ ਉਸ ਦੀ ਪੂਰੀ ਇਨਫੋਰਮੇਸ਼ਨ ਸਾਨੂੰ ਪਤਾ ਲੱਗਣੀ। ਟੂ ਐਕਸਟ੍ਰੈਕਟ ਸਪੈਸੀਫਿਕ ਇਨਫੋਰਮੇਸ਼ਨ, ਪੂਰੀ ਜਾਣਕਾਰੀ, ਕੋਈ ਵਿਸ਼ੇਸ਼ ਜਾਣਕਾਰੀ। ਇਹ ਇੱਕ ਤਰ੍ਹਾਂ ਦੀ ਇੰਟੈਂਸਿਵ ਰੀਡਿੰਗ ਹੈ। ਹੁਣ ਤੁਸੀਂ ਕਹੋਗੇ ਇੰਟੈਂਸਿਵ ਰੀਡਿੰਗ ਕੀ ਹੁੰਦੀ ਹੈ? ਤਾਂ ਇੰਟੈਂਸਿਵ ਰੀਡਿੰਗ ਆਪਾਂ ਕਈ ਪੜ੍ਹਦੇ ਹਾਂ ਪਹਿਲਾਂ ਵੀ ਬੁੱਕਸ ਦੇ ਵਿੱਚ। ਇੰਟੈਂਸਿਵ ਮੀਨ 'ਚ ਜਿਹਦੇ ਵਿੱਚ ਡੂੰਘਾ ਅਧਿਐਨ ਕਿਸ ਚੀਜ਼ ਦਾ ਹੋਵੇ ਕਿ ਸਾਨੂੰ ਗ੍ਰਾਮਰ ਦਾ ਵੀ ਪਤਾ ਲੱਗ ਜੇ, ਵੋਕੈਬ ਦਾ ਵੀ ਪਤਾ ਲੱਗ ਜੇ, ਮੀਨਿੰਗ ਦਾ ਵੀ ਪਤਾ ਲੱਗ ਜੇ, ਵਰਡ ਟੂ ਵਰਡ ਕਹਿ ਲਓ, ਆਪਾਂ ਪੂਰਾ ਕੰਟੈਂਟ ਵੀ ਪੜ੍ਹ ਲਈਏ ਅਤੇ ਡੀਟੇਲਸ ਵੀ ਉਸ ਦੀਆਂ ਸਮਝ ਆ ਜਾਣ। ਕਿਉਂਕਿ ਗਲੋਬਲ ਦੇ ਵਿੱਚ ਆਪਾਂ ਇੰਝ ਨਹੀਂ ਕਰਨਾ ਹੁੰਦਾ, ਆਪਾਂ ਨੂੰ ਗ੍ਰਾਮਰ ਅਤੇ ਵੋਕੈਬਲਰੀ ਦੀ ਜ਼ਿਆਦਾ ਧਿਆਨ ਨਹੀਂ ਦੇਣਾ ਹੁੰਦਾ, ਆਪਾਂ ਨੇ ਉਸਨੂੰ ਸਮਝਣਾ ਹੁੰਦਾ। ਚਲੋ ਜਦੋਂ ਆਪਾਂ ਗਲੋਬਲ ਕਰਦੇ ਹਾਂ ਉਹਦੇ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਫਿਰ ਦੱਸਦੀ ਹਾਂ। ਤਾਂ ਲੋਕਲ ਦੇ ਵਿੱਚ ਕੀ ਹੈ, ਜਿਵੇਂ ਤੁਸੀਂ ਆਪਣੀਆਂ ਕਿਤਾਬਾਂ ਪੜ੍ਹਦੇ ਹੋ, ਮੰਨ ਲਓ ਟੈਕਸਟ ਬੁੱਕਸ ਪੜ੍ਹਦੇ ਹੋ ਨਾ ਕਲਾਸ ਦੇ ਵਿੱਚ ਤੁਸੀਂ, ਇਹ ਟੈਕਸਟ ਬੁੱਕਸ ਜਿਹੜੀਆਂ ਨੇ ਇਹ ਤੁਹਾਡੀ ਲੋਕਲ ਕੰਪਰੀਹੈਂਸ਼ਨ ਦਾ ਹਿੱਸਾ ਨੇ। ਟੈਕਸਟ ਬੁੱਕਸ ਰੀਡਿੰਗ, ਕਿਉਂਕਿ ਉਹਦੇ ਵਿੱਚੋਂ ਤੁਸੀਂ ਸਾਰੇ ਨਾਊਨ, ਵਰਬ, ਗ੍ਰਾਮਰ, ਵੋਕੈਬਲਰੀ ਵਗੈਰਾ ਸਾਰਾ ਕੁਝ ਸਿੱਖਦੇ ਹੋ। ਇਟ ਇਜ਼ ਟੂ ਨੋ ਅਬਾਊਟ ਲਿਟਰੇਰੀ ਡਿਵਾਈਸਿਸ, ਜੋ ਵੀ ਲਿਟਰੇਰੀ ਡਿਵਾਈਸਿਸ ਦਾ ਪ੍ਰਯੋਗ ਕੀਤਾ ਗਿਆ, ਲਿਟਰਲ ਮੀਨਿੰਗ ਵੀ ਪਤਾ ਲੱਗਦਾ ਇਹਦੇ ਵਿੱਚ। ਪਾਰਟ ਵਾਈਜ਼ ਅਸੀਂ ਸਮਝਦੇ ਹਾਂ ਵੋਕੈਬ ਅਤੇ ਗ੍ਰਾਮਰ ਨੂੰ, ਅਤੇ ਇਸ ਨੂੰ ਬਾਟਮ ਅਪ ਅਪਰੋਚ ਵੀ ਕਿਹਾ ਜਾਂਦਾ ਕਿ ਥੋੜ੍ਹੀ ਚੀਜ਼ ਤੋਂ ਵੱਧ ਵੱਲ, ਪਾਰਟ ਟੂ ਹੋਲ। ਇਹ ਸੀਕੁਐਂਸ਼ੀਅਲ ਪ੍ਰੋਸੈਸ ਹੈ, ਕਿਉਂਕਿ ਥੋੜ੍ਹੀ ਚੀਜ਼ ਤੋਂ ਅੱਗੇ ਵੱਲ ਵਧਣਾ। ਜਿਵੇਂ ਮੰਨ ਲਓ ਪਹਿਲਾਂ ਸਾਨੂੰ ਲੈਟਰਸ ਦੀ ਜਾਣਕਾਰੀ ਹੁੰਦੀ ਹੈ, ਫਿਰ ਸਾਊਂਡ ਦਾ ਪਤਾ ਲੱਗਦਾ ਹੈ, ਫਿਰ ਉਸ ਤੋਂ ਵਰਡਸ ਬਣ ਜਾਂਦੇ ਨੇ, ਫਿਰ ਉਹਦੇ ਮੀਨਿੰਗਸ ਕਲੀਅਰ ਹੋ ਜਾਂਦੇ ਨੇ। ਤਾਂ ਇੱਕ ਲਾਈਨ 'ਤੇ ਜਦੋਂ ਜ਼ੋਰ ਦਿੰਦੇ ਹਾਂ, ਦਿਸ ਇਜ਼ ਲੋਕਲ ਕੰਪਰੀਹੈਂਸ਼ਨ। ਅਤੇ ਮੈਂ ਦੁਬਾਰਾ ਫਿਰ ਦੱਸ ਦਿੰਦੀ ਹਾਂ ਕਿ ਜਦੋਂ ਅਸੀਂ ਕਿਸੇ ਵੀ ਲਿਖਤ ਨੂੰ, ਕਿਸੇ ਟੈਕਸਟ ਨੂੰ, ਕਿਸੇ ਪੈਰਾਗ੍ਰਾਫ ਨੂੰ, ਕਿਸੇ ਐਸੇ ਨੂੰ ਇਸ ਤਰੀਕੇ ਨਾਲ ਪੜ੍ਹਦੇ ਹਾਂ ਕਿ ਵਰਡ ਟੂ ਵਰਡ, ਲਾਈਨ ਟੂ ਲਾਈਨ ਉਸਦਾ ਮੀਨਿੰਗ ਸਮਝਣਾ, ਉਸ ਦੇ ਵਿੱਚ ਜਿੰਨੀਆਂ ਵੀ ਲਿਟਰੇਰੀ ਡਿਵਾਈਸਿਸ ਨੇ, ਗ੍ਰਾਮਰ ਹੈ, ਵੋਕੈਬ ਹੈ, ਉਹ ਸਾਰੇ ਨੂੰ ਜਾਣਨਾ। ਜਿਵੇਂ ਅਸੀਂ ਕਲਾਸਰੂਮ ਦੇ ਵਿੱਚ ਟੀਚਰ ਸਾਨੂੰ ਟੈਕਸਟ ਬੁੱਕਸ ਦੀ ਸਟੱਡੀ ਕਰਵਾਉਂਦਾ, ਉਹ ਲੋਕਲ ਕੰਪਰੀਹੈਂਸ਼ਨ ਹੈ, ਉਹ ਇੰਟੈਂਸਿਵ ਰੀਡਿੰਗ ਹੈ, ਤਾਂ ਉਸ ਨੂੰ ਅਸੀਂ ਲੋਕਲ ਕੰਪਰੀਹੈਂਸ਼ਨ ਕਹਿੰਦੇ ਹਾਂ। ਆਈ ਥਿੰਕ ਦ ਮੀਨਿੰਗ ਇਜ਼ ਕਲੀਅਰ ਟੂ ਯੂ। ਓਕੇ, ਨਾਓ ਵੀ come to the global comprehension. ਗਲੋਬਲ ਕੰਪਰੀਹੈਂਸ਼ਨ ਤਾਂ ਜਿਵੇਂ ਤੁਹਾਡੇ ਨਾਲ ਪਹਿਲਾਂ ਹੀ ਗੱਲ ਕੀਤੀ ਹੈ ਮੈਂ ਕਿ ਐਕਸਟੈਂਸਿਵ ਰੀਡਿੰਗ ਹੈ। ਐਕਸਟੈਂਸਿਵ ਲੋਕਲ ਸੀ, ਇੰਟੈਂਸਿਵ ਇਹ ਕਿਹੜੀ ਹੈ? ਐਕਸਟੈਂਸਿਵ। ਐਕਸਟੈਂਸਿਵ ਦਾ ਕੀ ਮਤਲਬ ਹੁੰਦਾ? ਜ਼ਿਆਦਾ ਲੰਬੀ ਚੀਜ਼ ਨੂੰ, ਜ਼ਿਆਦਾ ਵੱਡੀ ਚੀਜ਼ ਨੂੰ ਪੜ੍ਹ ਲੈਣਾ, ਸਾਨੂੰ ਹੋਲ ਦਾ ਮੀਨਿੰਗ ਕਲੀਅਰ ਹੋ ਜਾਣਾ, ਉਸ ਤੋਂ ਅਸੀਂ ਸ਼ਾਰਟ ਮੀਨਿੰਗ ਡਿਵੈਲਪ ਕਰ ਸਕੀਏ, ਸਮਰਾਈਜ਼ ਕਰ ਸਕੀਏ। ਮੰਨ ਲਓ ਅਸੀਂ ਕਾਫੀ ਵੱਡਾ ਆਰਟੀਕਲ ਪੜ੍ਹਿਆ ਜਾਂ ਨਾਵਲ ਪੜ੍ਹਿਆ ਅਤੇ ਨਾਵਲ ਦੇ ਮੀਨਿੰਗ ਨੂੰ ਅਸੀਂ ਕੁਝ ਪੇਜਾਂ ਦੇ ਵਿੱਚ ਦੱਸ ਸਕੀਏ। ਇਸ ਨੂੰ ਅਸੀਂ ਫਨ ਸੇਕ ਜਾਂ ਪਲੈਜ਼ਰ ਸੇਕ ਪੜ੍ਹਦੇ ਹਾਂ। ਇਹ ਕਲਾਸਰੂਮ ਦੀ ਸਟੱਡੀ ਨਹੀਂ ਹੈ। ਦਿਸ ਇਜ਼ ਨਾਟ ਡਿਪੈਂਡਸ ਔਨ ਟੈਕਸਟ ਬੁੱਕਸ, ਦਿਸ ਇਜ਼ ਫਾਰ ਸਟੋਰੀਜ਼, ਨਾਵਲਸ। ਫਨ ਸੇਕ ਵੀ ਆਪਾਂ ਪੜ੍ਹ ਸਕਦੇ ਹਾਂ। ਤਾਂ ਕੰਟੈਂਟ 'ਤੇ ਫੋਕਸ ਕਰਨਾ, ਉਹਦੇ 'ਚ ਇਕੱਲੇ ਕੰਟੈਂਟ 'ਤੇ ਨਹੀਂ, ਗ੍ਰਾਮਰ ਅਤੇ ਵੋਕੈਬ 'ਤੇ ਵੀ ਕਰਨਾ ਸੀ। ਇਹ 'ਚ ਗ੍ਰਾਮਰ ਅਤੇ ਵੋਕੈਬ 'ਤੇ ਧਿਆਨ ਦੇਣ ਦੀ ਲੋੜ ਨਹੀਂ ਵੀ ਦਾ ਰੀਡਰ ਜਿਹੜਾ ਉਹ ਏਬਲ ਹੋ ਜੇ ਕਿ ਉਹ ਸਮਰੀ ਬਣਾ ਸਕੇ ਸਟੋਰੀ ਦੀ।
मान लो तुसीं 4 पेजां की स्टोरी बनाई, उसका मीनिंग तुसीं हो सकता 5, 7, 10 लाइनां दे विच भी दस सको। दिस इज़ द समरी, मतलब बहुत ही ज़्यादा पार्ट ਉਹਨੂੰ टैक्सट ਨੂੰ बहुत थोड़े शब्दों ਦੇ ਵਿੱਚ ਆਪਾਂ दूसरिਆਂ ਨੂੰ ਦੱਸ ਸਕੀਏ ਜਾਂ ਆਪਣੇ ਆਪ ਨੂੰ ਸਮਝਾ ਸਕੀਏ, ਆਪਾਂ ਨੂੰ ਪਤਾ ਲੱਗ ਜੇ। नॉलेज ਤੇ मीनिंग ਤਾਂ ਸਾਨੂੰ ਕਲੀਅਰ ਹੋ ਜੇ। ਟਾਪ ਡਾਊਨ ਅਪਰੋਚ ਹੈ ਕਿਉਂਕਿ ਹੋਲ ਟੂ ਪਾर्ट ਅਸੀਂ ਹੋਲ ਪੜ੍ਹ ਲਿਆ, ਉਸ ਤੋਂ ਬਾਅਦ ਛੋਟਾ ਅਸੀਂ ਸਮਝ ਸਕੀਏ। एक्सटेंसिव है ना कि इंटेंसिव, कि वर्ड टू वर्ड मीनिंग नहीं आप लैना। तो फास्ट रीडिंग नैचुरली होगी। हुण जे आप नॉवल पढ़ना है बेटा, बड़ी चीज़ पढ़नी है कोई भी, तो जे तुसीं इदां पढ़ोगे वर्ड टू वर्ड, तो नॉवल पढ़न ते बहुत सारा समा लग जाना है। और जे तुहानूं ऐं लगदा इस तरह पढ़ लीए, फिर तुसीं सोचोगे कि इन्हां दे फायदे की है, ग्लोबल कंप्रीहेंशन का फायदा की है, फायदा ही फायदा है। फिर आपां जिहड़ी सैल्फ रीडिंग करते हैं अपनी इंजॉयमेंट लई, प्लाजर लई, फन सेक आपां कुछ रीड करते हैं, अदरवाइज कर ही ना सकीए। तो जिहदे विचों सानूं या फिर साडा जिहड़ा वाइडर टाइप का असीं मीनिंग लैंदे आ, ज़्यादा समाज नूं, संसार नूं ज़्यादा जानते हैं, तो वो ग्लोबल कंप्रीहेंशन का ही भाग हुंदा है। आई थिंक इट्स क्लीयर नाउ to you what is global comprehension। तो ग्लोबल कंप्रीहेंशन सादा चीज़ नूं पढ़ के थोड़े समय दे विच ही मीनिंग क्लीयर हो जाना। लोकल कंप्रीहेंशन दे विच जिहड़ी भी टैक्सट है उसनूं वर्ड टू वर्ड, लाइन टू लाइन मीनिंग समझना, वोकैब नूं भी समझना, ग्रामर का भी ध्यान रखना। तो कंप्रीहेंशन तुहानूं पहलां ही दस दिता सी, तां ये तुहाडे लई शॉर्ट नोट के रूप में क्वेश्चन बन सकता है। तो सानूं इहदा मीनिंग जरूर क्लीयर होना चाहिए। कई बार असीं कन्फ्यूज़ हो जाने कि लोकल कंप्रीहेंशन की है तो ग्लोबल कंप्रीहेंशन की है। तो लोकल नूं असीं छोटियां छोटियां चीज़ां की जानकारी लिए भी पढ़ते हैं, ग्लोबल दे विच असीं वड्डे रूप च उहदा एक मीनिंग लैंदे आ कि यह किस परपज़ लई लिखिया गया, तो उसनूं असीं क्लीयर कंटेंट ते ध्यान दिंदे हां। हाँ जी, आई थिंक इट्स क्लीयर नाउ। थैंक यू डियर स्टूडेंट्स।